Now, hello students. आज ਜਿਹੜਾ ਅਸੀਂ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ that is about the dimensions ਕਿ dimensions ਕੀ ਹੁੰਦਾ ਹੈ। Now these dimensions they are very important in the physics. Basic ਜਿਹੜੀ physics ਦੀ ਹੈ ਨਾ, ਕਹਿ ਲਓ ਕਿ ਇਹ dimensions ਤੋਂ start ਹੁੰਦੀ ਹੈ ਔਰ ਇਹ throughout ਤੁਸੀਂ use ਕਰਨਾ ਹੈ। ਕਿਸੇ ਵੀ physical quantity ਦੀ ਡੈਫੀਨੀਸ਼ਨ ਜਦੋਂ ਕਰਨੀ ਹੈ ਤੇ ਨਾਲ ਦੀ ਨਾਲ ਉਹਦੇ ਸਾਈਡ ਬਾਈ ਸਾਈਡ ਉਹਦੇ ਡਿਮੈਂਸ਼ਨਸ ਅਤੇ ਉਹਦੇ ਯੂਨਿਟਸ ਜ਼ਰੂਰ ਰੱਖਣੇ ਹੈ। ਭਾਵੇਂ ਤੁਸੀਂ +1 'ਚੋ, ਭਾਵੇਂ ਤੁਸੀਂ +2 'ਚੋ ਜਾਂ ਤੁਸੀਂ ਹਾਇਰ ਕਲਾਸਿਸ 'ਚੋ, ਯੂ ਹੈਵ ਟੂ ਡੂ ਇਟ ਇਨ ਦਾ ਫਿਜ਼ਿਕਸ। ਜਦੋਂ ਵੀ ਕੋਈ ਫਿਜ਼ੀਕਲ ਕੁਆਂਟਿਟੀ ਕਰਨੀ ਹੈ, ਭਾਵੇਂ ਉਹ ਫਿਜ਼ਿਕਸ 'ਚ ਹੈ ਅਤੇ ਭਾਵੇਂ ਉਹ ਕੈਮਿਸਟਰੀ 'ਚ ਹੈ, ਫਿਜ਼ੀਕਲ ਕੈਮਿਸਟਰੀ 'ਚ ਹੈ, ਤੁਸੀਂ ਉਹਦੇ ਡਿਮੈਂਸ਼ਨਸ ਅਤੇ ਉਹਦੇ ਯੂਨਿਟਸ ਨਾਲ ਲਿਖਣੇ ਹੀ ਨਿਕਲੇ ਹੈ। ਉਹ ਡੈਫੀਨੀਸ਼ਨ ਇਹਨਾਂ ਦੋ ਚੀਜ਼ਾਂ ਤੋਂ ਬਗੈਰ ਅਧੂਰੀ ਹੈ। ਇਟ ਇਜ਼ ਇਨਕੰਪਲੀਟ ਵਿਦਆਊਟ ਦ ਡਿਮੈਂਸ਼ਨਸ। ਡਿਮੈਂਸ਼ਨਸ ਹੁੰਦੇ ਕੀ ਹੈ? ਅਸੀਂ ਆਲਰੇਡੀ ਪਿਛਲੇ ਪ੍ਰੀਵੀਅਸ ਆਪਣੇ ਲੈਕਚਰ 'ਚ ਪੜ੍ਹਿਆ ਹੈ ਕਿ ਫੰਡਾਮੈਂਟਲ ਕੁਆਂਟੀਟੀਜ਼ ਅਸੀਂ 3 ਮੰਨ ਕੇ ਚੱਲੇ ਸੀ ਸਟਾਰਟਿੰਗ 'ਤੇ: ਮਾਸ, ਲੈਂਥ ਅਤੇ ਟਾਈਮ। ਇਨ ਦੈਟ ਦੋਜ਼ ਲੈਕਚਰ ਅਸੀਂ ਡਿਸਕਸ ਕੀਤਾ ਸੀ ਕਿ ਮਾਸ, ਲੈਂਥ ਔਰ ਟਾਈਮ ਜਿਹੜੇ ਨੇ ਇਹ ਫੰਡਾਮੈਂਟਲ ਕੁਆਂਟੀਟੀਜ਼ ਹੈ। ਜਿਵੇਂ ਨੇਚਰ ਦੇ ਵਿੱਚ 3 ਰੰਗ ਫੰਡਾਮੈਂਟਲ ਕਲਰਸ ਹੁੰਦੇ ਨੇ ਔਰ ਇਹਨਾਂ 3 ਰੰਗਾਂ ਤੋਂ ਬਾਕੀ ਸਾਰੇ ਕਲਰਸ ਜਿਹੜੇ ਨੇ ਬਣਦੇ ਨੇ। ਉਸੇ ਤਰੀਕੇ ਨਾਲ ਭਾਵੇਂ ਜਿੰਨੇ ਮਰਜ਼ੀ ਕਲਰਸ ਹੋਣ, ਉਸੇ ਤਰੀਕੇ ਨਾਲ ਫਿਜ਼ਿਕਸ ਦੇ ਵਿੱਚ ਵੀ 3 ਫੰਡਾਮੈਂਟਲ ਕੁਆਂਟੀਟੀਜ਼ ਨੂੰ ਅਸੀਂ ਮੇਨ ਲੈਂਦੇ ਹਾਂ। ਵੈਸੇ ਅੱਜ ਕੱਲ੍ਹ 7 ਹੈ। ਨਾਓ ਵੀ ਟੇਕ 7 ਐਜ਼ ਦ ਮੇਨ ਫੰਡਾਮੈਂਟਲ ਕੁਆਂਟੀਟੀਜ਼। ਬਟ ਬੇਸਿਕ ਜਿਹੜੀਆਂ 3 ਫੰਡਾਮੈਂਟਲ ਕੁਆਂਟੀਟੀਜ਼, ਦੀਜ਼ ਆਰ ਦ ਬੇਸਿਕ 3 ਜਿਹੜੀਆਂ ਫੰਡਾਮੈਂਟਲ ਕੁਆਂਟੀਟੀਜ਼ ਜਿਹੜੀਆਂ ਬੇਸਿਕ ਨੇ, ਉਹ ਹੈ ਮਾਸ, ਲੈਂਥ ਐਂਡ ਟਾਈਮ। ਮਾਸ, ਲੈਂਥ ਔਰ ਟਾਈਮ ਨੂੰ ਅਸੀਂ ਕਿਸੇ ਵੀ ਦੂਸਰੀ ਫਿਜ਼ੀਕਲ ਕੁਆਂਟਿਟੀ ਤੋਂ ਡਰਾਈਵ ਨਹੀਂ ਕਰ ਸਕਦੇ। ਇਹਨਾਂ ਤਿੰਨਾਂ ਨੂੰ ਸਾਨੂੰ ਲੱਭਣ ਵਾਸਤੇ ਹਮੇਸ਼ਾ ਮੈਜ਼ਰਮੈਂਟ ਜਾਂ ਓਬਜ਼ਰਵੇਸ਼ਨ ਕਰਨੀ ਪਏਗੀ। ਵੀ ਹੈਵ ਟੂ ਓਬਜ਼ਰਵ ਇਟ, ਵੀ ਹੈਵ ਟੂ ਮੈਜ਼ਰ ਇਟ ਟੂ ਫਾਈਂਡ ਦਿਸ। ਕਿਸੇ ਵੀ ਆਬਜੈਕਟ ਦਾ ਮਾਸ ਲੱਭਣਾ ਅਤੇ ਸਾਨੂੰ ਉਹਦਾ ਮਾਸ ਲੱਭਣ ਲਈ ਪਹਿਲਾਂ ਉਹਦਾ ਮਾਸ ਮੈਜ਼ਰ ਕਰਨਾ ਪਏਗਾ ਯੂਜ਼ਿੰਗ ਐਨੀ ਸਟੈਂਡਰਡ। ਕਿਸੇ ਵੀ ਆਬਜੈਕਟ ਦੀ ਲੈਂਥ ਜਾਂ ਕੋਈ ਵੀ ਡਿਸਟੈਂਸ ਮੈਜ਼ਰ ਕਰਨਾ, ਵੂ ਹੈਵ ਟੂ ਮੈਜ਼ਰ ਦ ਡਿਸਟੈਂਸ ਯੂਜ਼ਿੰਗ ਐਨੀ ਸਟੈਂਡਰਡ ਔਰ ਐਨੀਥਿੰਗ। ਦੂਸਰਾ, ਟਾਈਮ ਵੀ ਮੈਜ਼ਰ ਕਰਨ ਵਾਸਤੇ ਸਾਨੂੰ ਉਸੇ ਤਰੀਕੇ ਨਾਲ ਸਟੈਂਡਰਡ ਚਾਹੀਦਾ। ਨਾਓ ਮਾਸ, ਲੈਂਥ ਅਤੇ ਟਾਈਮ ਇਹ 3 ਫੰਡਾਮੈਂਟਲ ਕੁਆਂਟੀਟੀਜ਼ ਹੈ ਅਤੇ ਬਾਕੀ ਜਿਹੜੀਆਂ ਕੁਆਂਟੀਟੀਜ਼ ਨੇ ਉਹ ਸਾਰੀਆਂ ਡਰਾਈਵਡ ਕੁਆਂਟੀਟੀਜ਼ ਹੈ। ਕਿਸੇ ਵੀ ਡਰਾਈਵਡ ਕੁਆਂਟਿਟੀ ਦੇ ਜਦੋਂ ਅਸੀਂ ਡਿਮੈਂਸ਼ਨਸ ਲੱਭਣੇ ਹੈ, ਉਹਦਾ ਮਤਲਬ ਹੈ ਕਿ ਉਸ ਡਰਾਈਵ ਕੁਆਂਟੀਟੀਜ਼ ਨੂੰ ਅਸੀਂ ਫੰਡਾਮੈਂਟਲ ਕੁਆਂਟਿਟੀ ਦੇ ਵਿੱਚ ਲਿਖਣਾ ਹੈ। ਵੀ ਆਰ ਰਾਈਟਿੰਗ ਦੈਟ ਡਰਾਈਵਡ ਕੁਆਂਟਿਟੀ ਇਨ ਦ ਫੰਡਾਮੈਂਟਲ ਕੁਆਂਟੀਟੀਜ਼, ਪਾਵਰ ਟੂ ਦ ਫੰਡਾਮੈਂਟਲ ਕੁਆਂਟੀਟੀਜ਼। So what are the dimensions? Definition of the dimension is the dimensions of a physical quantity are the power to which the unit of a fundamental quantities are raised to represent the derived units। ਕਿ ਉਸ derived unit ਨੂੰ represent ਕਰਨ ਲਈ ਅਸੀਂ fundamental quantities ਨੂੰ use ਕਰਦੇ ਹਾਂ। that is the dimensions। ਕਿ ਕਿਸੇ ਵੀ ਡਰਾਈਵਡ ਯੂਨਿਟ ਨੂੰ ਐਕਸਪ੍ਰੈਸ ਕਰਨ ਲਈ ਜਦੋਂ ਅਸੀਂ ਫੰਡਾਮੈਂਟਲ ਕੁਆਂਟੀਟੀਜ਼ ਨੂੰ ਯੂਜ਼ ਕਰ ਰਹੇ ਹਾਂ ਕਿਸੇ ਵੀ ਡਰਾਈਵਡ ਯੂਨਿਟ ਨੂੰ ਐਕਸਪ੍ਰੈਸ ਕਰਨ ਲਈ, ਤਾਂ ਦੈਟ ਇਜ਼ ਨੋਨ ਐਜ਼ ਦ ਇਟਸ ਡਿਮੈਂਸ਼ਨਸ ਅਤੇ ਉਹਨਾਂ ਨੂੰ ਅਸੀਂ ਉਹਦੇ ਡਿਮੈਂਸ਼ਨਸ ਕਹਿ ਦਿੰਦੇ ਹਾਂ। ਨਾ ਇਹ ਕਰੀਦਾ ਕਿਵੇਂ ਆ? ਨਾਓ ਡਿਮੈਂਸ਼ਨਸ ਦੇ ਵਿੱਚ ਮਾਸ ਦੇ ਡਿਮੈਂਸ਼ਨਸ ਨੂੰ ਅਸੀਂ ਕੈਪੀਟਲ M ਅਤੇ ਸਾਈਡਾਂ 'ਤੇ ਅਸੀਂ ਬ੍ਰੈਕਟ डाल देंगे। नाउ दिस इज़ द स्क्वायर ब्रैकेट। केड़ी ब्रैकेट डालनी है? राउंड ब्रैकेट नहीं डालनी, कर्ल ब्रैकेट भी नहीं डालनी। वी यूज़ द स्क्वायर ब्रैकेट फॉर इट। नाउ दिस इज़ द स्क्वायर ब्रैकेट। सो मास के डिमेंशनस हो गए कैपिटल M ते कैपिटल M के आसे पासे असी स्क्वायर ब्रैकेट बनाती। सिमिलरली लेंथ के डिमेंशनस हो गए कैपिटल L ते कैपिटल L के साइड पर भी असी स्क्वायर ब्रैकेट डालती। उसे तरीके ना टाइम के डिमेंशनस हो गए कैपिटल T ते कैपिटल T दे भी साइड ते असी स्क्वायर ब्रैकेट डालती। अगर तुसी सिंपल M L या T लिख दोगे तो
ਉਹ ਡਾਇਮੈਂਸ਼ਨਸ ਵਿੱਚ ਕੰਸੀਡਰ ਨਹੀਂ ਹੋਣਗੇ। ਡਾਇਮੈਂਸ਼ਨਸ ਕੰਸੀਡਰ ਤਦ ਹੀ ਹੋਣਗੇ ਅਗਰ ਤੁਸੀਂ ਉਹਦੇ ਸਾਈਡ 'ਤੇ ਸਕੇਅਰ ਬ੍ਰੈਕਟ ਪਾਓਗੇ। ਸੋ ਸਕੇਅਰ ਬ੍ਰੈਕਟ ਇਜ਼ ਕੰਪਲਸਰੀ ਟੂ ਰਾਈਟ ਇਨ ਦ ਡਾਇਮੈਂਸ਼ਨਸ ਦੇ ਵਿੱਚ ਸਕੇਅਰ ਬ੍ਰੈਕਟ ਨੂੰ ਲਿਖਣਾ ਬਹੁਤ ਜ਼ਰੂਰੀ ਹੈ। ਸੋ ਮਾਸ ਦੇ ਵਿੱਚ ਇਨ ਦ ਮਾਸ, ਇਨ ਵੇਅਰਿੰਗ ਦਾ ਮਾਸ, ਅਗਰ ਸਾਡੇ ਕੋਲ ਮਾਸ ਇਕੱਲਾ ਹੈ, ਇੱਕ ਮਾਸ ਹੈ, ਅਤੇ ਅਸੀਂ ਉਹਨੂੰ ਸਿੰਪਲ m ਦੀ ਰੇਜ਼ ਟੂ ਪਾਵਰ 1 ਜਾਂ ਇਕੱਲਾ m ਲਿਖ ਦਾਂਗੇ ਅਤੇ ਸਾਈਡ 'ਤੇ ਸਕੇਅਰ ਬ੍ਰੈਕਟ ਪਾ ਦਾਂਗੇ। ਅਗਰ ਸਾਡੇ ਕੋਲ ਲੈਂਥ ਵੀ ਇੱਕ ਹੀ ਹੈ, ਉਹਨੂੰ ਅਸੀਂ ਜਾਂ ਤਾਂ L1 ਲਿਖ ਦਾਂਗੇ ਅਤੇ ਜਾਂ ਇਕੱਲਾ L ਲਿਖ ਦਾਂਗੇ ਅਤੇ ਸਾਈਡ 'ਤੇ ਸਕੇਅਰ ਬ੍ਰੈਕਟ ਪਾ ਦਾਂਗੇ। ਔਰ ਅਗਰ ਸਾਡੇ ਕੋਲ ਟਾਈਮ ਵੀ ਇੱਕੋ ਹੀ ਹੈ ਅਤੇ ਉਹਨੂੰ ਅਸੀਂ ਕੈਪੀਟਲ T ਲਿਖ ਦਾਂਗੇ ਅਤੇ ਸਾਈਡ 'ਤੇ ਸਕੇਅਰ ਬ੍ਰੈਕਟ ਪਾ ਦਾਂਗੇ ਜਾਂ T ਦੀ ਪਾਵਰ 1 ਲਿਖ ਦਾਂਗੇ। ਸੋ ਲਾਈਕ ਦਿਸ ਵੀ ਕੈਨ ਯੂਜ਼ ਦ ਡਾਇਮੈਂਸ਼ਨਸ ਆਫ ਮਾਸ, ਲੈਂਥ ਐਂਡ ਟਾਈਮ ਟੂ find the dimensions of other derived unit. Now ਹੁਣ ਇਹ ਸੀ ਡਾਇਮੈਂਸ਼ਨਸ ਮਾਸ ਦੇ ਕਿਵੇਂ ਲਿਖਣੇ, ਲੈਂਥ ਦੇ ਕਿਵੇਂ ਲਿਖਣੇ ਹੈ ਅਤੇ ਟਾਈਮ ਦੇ ਕਿਵੇਂ ਲਿਖਣੇ ਹੈ। ਨਾ ਅੱਗੇ ਅਸੀਂ ਕਰਨੇ ਹੈ ਕਿ ਜਦੋਂ ਅਸੀਂ ਦੂਸਰੀਆਂ ਕੁਆਂਟੀਟੀਜ਼ ਇਨ ਸਪਾਈਟ ਆਫ ਫੰਡਾਮੈਂਟਲ ਯੂਨਿਟਸ ਜਾਂ ਫੰਡਾਮੈਂਟਲ ਕੁਆਂਟੀਟੀਜ਼ ਨੂੰ ਛੱਡ ਕੇ ਅਗਰ ਅਸੀਂ ਦੂਸਰੀਆਂ ਕੁਆਂਟੀਟੀਜ਼ ਦੇ ਡਾਇਮੈਂਸ਼ਨਸ ਲੱਭੀਏ ਅਤੇ ਹਾਊ ਵੀ ਫਾਈਂਡ ਦੈਮ। ਫੋਰ ਐਗਜ਼ਾਮਪਲ ਫਸਟ ਵੀ ਵਿਲ ਟੇਕ ਦਾ ਏਰੀਆ। ਜਿਵੇਂ ਅਸੀਂ ਏਰੀਆ ਲਈਏ, ਏਰੀਆ ਦੇ ਡਾਇਮੈਂਸ਼ਨਸ ਕਿਹਦੇ ਬਰਾਬਰ ਹੁੰਦੇ ਨਾ। ਆਈ ਹੈਵ ਆਲਰੇਡੀ ਟੋਲਡ ਯੂ ਕਿ ਫਿਜ਼ਿਕਸ ਦੀ ਲੈਂਗੁਏਜ ਜਿਹੜੀ ਹੈ ਉਹ ਮੈਥਮੈਟਿਕਸ ਹੈ। ਜਿਸ ਬੱਚੇ ਨੂੰ ਮੈਥਮੈਟਿਕਸ ਆਉਂਦਾ ਹੈ ਮੀਨਸ ਉਹ ਫਿਜ਼ਿਕਸ ਕਰ ਜਾਏਗਾ, ਅਤੇ ਜਿਹਨੂੰ ਮੈਥਮੈਟਿਕਸ ਜਿਹਦਾ ਵਿਚਾਰੇ ਦਾ ਹੱਥ ਟਾਈਟ ਹੈ ਉਹਦੇ ਲਈ ਫਿਜ਼ਿਕਸ ਕਰਨੀ ਥੋੜ੍ਹੀ ਜਿਹੀ ਮੁਸ਼ਕਿਲ ਹੈ। ਹੀ ਵਿਲ ਫੇਸ ਦਾ ਪ੍ਰੋਬਲਮ ਇਨ ਫਿਊਚਰ। ਸੋ ਮੈਥਮੈਟਿਕ ਇਜ਼ ਨਾਟ ਇੰਗਲਿਸ਼ ਵੀ ਹੈ, ਪੰਜਾਬੀ ਵੀ ਹੈ, ਬਟ ਦ ਬੇਸਿਕ ਲੈਂਗੁਏਜ ਆਫ ਦ ਫਿਜ਼ਿਕਸ ਇਜ਼ ਮੈਥਮੈਟਿਕਸ। ਜੋ ਵੀ ਤੁਸੀਂ ਜੂਨੀਅਰ ਕਲਾਸਿਸ ਦੇ ਵਿੱਚ ਮੈਥ ਪੜ੍ਹ ਕੇ ਆਏ ਹੋ ਉਹ ਸਾਰਾ ਤੁਸੀਂ ਫਿਜ਼ਿਕਸ ਦੇ ਵਿੱਚ ਯੂਜ਼ ਕਰਨਾ ਹੀ ਕਰਨਾ। ਸੋ ਯੂ ਮਸਟ ਬੀ ਕਲੀਅਰ with that terms. Now you know that what is area. ਤੁਸੀਂ already junior classes 'ਚ ਪੜ੍ਹ ਚੁੱਕੇ ਕਿ ਏਰੀਆ ਕੀ ਹੁੰਦਾ ਹੈ। ਏਰੀਆ ਇਜ਼ ਦਾ ਜਿੰਨਾ ਕੁ ਕੋਈ ਚੀਜ਼ ਸਪੇਸ the space covered by a body that is known as its area, ਉਹਨੂੰ ਅਸੀਂ ਉਹਦਾ ਏਰੀਆ ਕਹਿੰਦੇ ਹਾਂ। ਕਿੰਨਾ ਕੁ ਸਪੇਸ ਕਵਰ ਕਰਦੀ ਹੈ ਕੋਈ ਵੀ ਬੋਡੀ, that is known as its area. ਔਰ ਏਰੀਆ ਦਾ ਫਾਰਮੂਲਾ ਲੈਂਥ ਇੰਟੂ ਬ੍ਰੈਥ। what is the formula for area? that is equals to length into width. ਏਰੀਆ ਇਜ਼ ਆਲਸੋ ਅ ਫਿਜ਼ੀਕਲ ਕੁਆਂਟਿਟੀ, ਇੱਕ ਫਿਜ਼ੀਕਲ ਕੁਆਂਟਿਟੀ ਏਰੀਆ, ਕਿਉਂਕਿ ਅਸੀਂ ਇਹਨੂੰ ਫਿਜ਼ਿਕਸ ਦੇ ਵਿੱਚ ਕਾਫੀ ਯੂਜ਼ ਕਰਦੇ ਹਾਂ। ਸੋ ਲੈਂਥ ਇੰਟੂ ਬ੍ਰੈਥ, ਦੈਟ ਇਜ਼ ਦਾ ਫਾਰਮੂਲਾ ਫॉर ਦ ਏਰੀਆ। ਨਾਓ ਲੈਂਥ ਨੂੰ ਅਸੀਂ ਲੈਂਥ ਦੇ ਡਾਇਮੈਂਸ਼ਨਸ ਜਾਂ ਲੈਂਥ ਨੂੰ ਅਸੀਂ ਓਬਵੀਅਸਲੀ ਮੇਜਰ ਕਰੀਦਾ, ਦੈਟ ਇਜ਼ ਦ ਡਿਸਟੈਂਸ। ਸੋ ਲੈਂਥ ਦੇ ਡਾਇਮੈਂਸ਼ਨਸ ਆ ਗਏ L ਅਤੇ ਸਕੇਅਰ ਬ੍ਰੈਕਟ। ਬ੍ਰੈਥ ਦੇ ਡਾਇਮੈਂਸ਼ਨਸ ਵੀ ਲੈਂਥ ਹੀ ਹੈ, ਬ੍ਰੈਥ ਇਜ਼ ਆਲਸੋ ਦ ਲੈਂਥ। ਸੋ ਬ੍ਰੈਥ ਦੇ ਡਾਇਮੈਂਸ਼ਨਸ ਵੀ ਆ ਗਏ L ਸਾਈਡ 'ਤੇ ਸਕੇਅਰ ਬ੍ਰੈਕਟ। ਇਹਨੂੰ ਜਦੋਂ ਅਸੀਂ ਸੋਲਵ ਕਰਾਂਗੇ ਤਾਂ ਸਾਡੇ ਕੋਲ ਹੁਣ ਲੈਂਥ ਕਿੰਨੀਆਂ ਆ ਗਈਆਂ ਸਾਡੇ ਕੋਲ ਇੱਥੇ 2 ਲੈਂਥਸ ਆ ਗਈਆਂ, ਸਿੰਗਲ ਲੈਂਥ ਨਹੀਂ ਹੈ। ਵੀ ਹੈਵ 2 ਲੈਂਥ ਵੀ ਹੈ ਅਤੇ ਬ੍ਰੈਥ ਵੀ ਹੈ। ਸੋ ਇਟ ਮੀਨਸ ਵੀ ਹੈਵ 2 ਲੈਂਥਸ L। ਇਹ ਕਿਤੇ ਬਰਾਬਰ ਹੋ ਜਾਏਗਾ L ਦੀ ਪਾਵਰ 2, ਪਾਵਰ ਰੇਜ਼ ਹੋ ਗਈ L ਦੀ ਪਾਵਰ 2 ਅਤੇ ਸਾਈਡ 'ਤੇ ਬ੍ਰੈਕਟ। ਨਾਓ ਇਹ ਆ ਗਏ ਡਾਇਮੈਂਸ਼ਨਸ ਏਰੀਆ ਦੇ। ਥੀਸ ਆਰ ਦ ਡਾਇਮੈਂਸ਼ਨਸ ਆਫ ਏਰੀਆ। ਇਹਨੂੰ ਅਸੀਂ ਹੁਣ ਡਾਇਮੈਂਸ਼ਨਲ ਇਕੁਏਸ਼ਨ 'ਚ ਕਿਵੇਂ ਲਿਖਣਾ ਹੈ। ਜਦੋਂ ਅਸੀਂ ਡਾਇਮੈਂਸ਼ਨ ਨੂੰ ਡਾਇਮੈਂਸ਼ਨਲ ਇਕੁਏਸ਼ਨ 'ਚ ਲਿਖਣਾ ਹੈ ਅਤੇ ਉਹਦੇ ਨਾਲ ਮਾਸ ਵੀ ਆਏਗਾ ਅਤੇ ਟਾਈਮ ਵੀ ਆਏਗਾ। ਨਾ ਜਦੋਂ ਅਸੀਂ ਇਹਨੂੰ ਡਾਇਮੈਂਸ਼ਨਲ ਇਕੁਏਸ਼ਨ 'ਚ ਲਿਖਾਂਗੇ ਇੱਥੇ ਮਾਸ ਨਹੀਂ ਹੈ, 0 ਹੈ, ਇੱਥੇ ਟਾਈਮ ਵੀ 0 ਹੈ। ਸੋ ਵੀ ਵਿਲ ਰਾਈਟ ਇਟ ਲਾਈਕ ਦਿਸ, m ਦੀ ਪਾਵਰ 0, L ਦੀ ਪਾਵਰ 2, T ਦੀ ਪਾਵਰ 0 ਅਤੇ ਸਾਈਡ 'ਤੇ ਸਕੇਅਰ ਬ੍ਰੈਕਟ ਪਾਉਣਾ ਨਹੀਂ ਭੁੱਲਣਾ। ਯੂ ਹੈਵ ਟੂ ਪੁੱਟ ਦ ਸਕੇਅਰ ਬ੍ਰੈਕਟ। ਸੋ ਸਕੇਅਰ ਬ੍ਰੈਕਟ ਹੀ ਪਾਉਣੀ ਹੈ, ਕਰਲ ਬ੍ਰੈਕਟ ਵੀ ਨਹੀਂ ਪਾਉਣੀ ਅਤੇ ਨਾ ਹੀ ਅਸੀਂ ਰਾਊਂਡ ਬ੍ਰੈਕਟ ਪਾਉਣੀ ਹੈ, ਸਿਰਫ ਸਕੇਅਰ ਬ੍ਰੈਕਟ ਹੀ ਇਹਦੇ ਵਿੱਚ ਚਾਹੀਦੀ ਹੈ। ਸੋ ਇਹਨਾਂ ਡਾਇਮੈਂਸ਼ਨਸ ਤੋਂ ਹੀ ਅਸੀਂ ਜਿਵੇਂ ਲੈਂਥ ਦਾ ਸਕੇਅਰ ਹੈ, ਲੈਂਥ ਨੂੰ ਅਸੀਂ ਮੈਜਰ ਕਰਨੇ ਆ ਮੀਟਰ ਦੇ ਵਿੱਚ। ਸੋ ਇਹਦੇ ਯੂਨਿਟਸ ਕੀ ਆ ਗਏ ਮੀਟਰ ਸਕੇਅਰ। ਸੋ ਏਰੀਆ ਦੇ ਡਾਇਮੈਂਸ਼ਨਲ ਇਕੁਏਸ਼ਨ ਅਗਰ ਲਿਖੀਏ ਅਤੇ ਉਹ ਬਣਦੀ ਹੈ m0 L2 T0 ਅਤੇ ਯੂਨਿਟ ਬਣਦੇ m ਸਕੇਅਰ ਅਤੇ ਡਾਇਮੈਂਸ਼ਨਸ ਬਣਦੇ ਨੇ ਇਹਦੇ L2। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਚੀਜ਼ ਸਮਝ ਆਈ ਹੋਏਗੀ। ਨਾਓ ਨੈਕਸਟ ਵੀ ਅਗੇਨ ਟੇਕ ਦ ਸੈਕਿੰਡ ਐਗਜ਼ਾਮਪਲ। ਨਾਓ ਸੈਕਿੰਡ ਐਗਜ਼ਾਮਪਲ ਕਰਨੇ ਆ ਅਸੀਂ ਵੋਲਿਊਮ। ਨਾਓ ਵੋਲਿਊਮ ਇਜ਼ ਆਲਸੋ ਅ ਫਿਜ਼ੀਕਲ ਕੁਆਂਟਿਟੀ। ਇਹਦਾ ਯੂਜ਼ ਵੀ ਫਿਜ਼ਿਕਸ ਦੇ ਵਿੱਚ ਕਾਫੀ ਜਗ੍ਹਾ 'ਤੇ ਹੁੰਦਾ। ਨਾਓ ਵੋਲਿਊਮ ਕਿਹਦੇ ਬਰਾਬਰ ਹੁੰਦਾ ਹੈ
ਕਿਸੇ ਵੀ ਚੀਜ਼ ਦਾ ਵੋਲਿਊਮ ਲੈਣਾ ਹੋਵੇ ਹਮੇਸ਼ਾ 3 ਕੁਆਂਟੀਟੀਜ਼ ਨੂੰ ਮਲਟੀਪਲਾਈ ਕਰੋਗੇ ਤਾਂ ਵੋਲਿਊਮ ਆ ਜਾਏਗਾ। ਸੋ ਵੋਲਿਊਮ ਦੈਟ ਇਜ਼ ਇਕੁਅਲਸ ਟੂ ਲੈਂਥ ਇੰਟੂ ਬ੍ਰੈਥ ਇੰਟੂ ਹਾਈਟ ਆ ਗਿਆ। ਸੋ ਇਟ ਇਜ਼ ਲੈਂਥ ਮਲਟੀਪਲਾਈ ਬਾय ਬ੍ਰੈਥ ਮਲਟੀਪਲਾਈ ਬਾय ਹਾਈਟ। ਸੋ ਲੈਂਥ ਦੇ ਡਿਮੈਂਸ਼ਨਸ ਆ ਗਏ ਅਗੇਨ ਐਲ ਸਕੇਅਰ ਬ੍ਰੈਕਟ, ਬ੍ਰੈਥ ਦੇ ਡਿਮੈਂਸ਼ਨਸ ਆ ਗਏ ਅਗੇਨ ਐਲ ਸਕੇਅਰ ਬ੍ਰੈਕਟ, ਹਾਈਟ ਦੇ ਡਿਮੈਂਸ਼ਨਸ ਆ ਗਏ ਅਗੇਨ ਐਲ, ਕਿਉਂਕਿ ਹਾਈਟ ਵੀ ਇੱਕ ਤਰ੍ਹਾਂ ਨਾਲ ਡਿਸਟੈਂਸ ਹੀ ਹੈ, ਇਹਨੂੰ ਵੀ ਅਸੀਂ ਲੈਂਥ ਦੇ ਤੇ ਮੀਟਰ 'ਚ ਹੀ ਮੇਜਰ ਕਰਦੇ ਹਾਂ, ਕਿਲੋਮੀਟਰ 'ਚ ਹੀ ਮੇਜਰ ਕਰਦੇ ਹਾਂ। ਸੋ ਇਹਦੇ ਡਿਮੈਂਸ਼ਨਸ ਵੀ ਕੀ ਆ ਗਏ ਐਲ ਅਤੇ ਸਕੇਅਰ ਬ੍ਰੈਕਟ। ਸੋ ਇਟ ਇਜ਼ ਇਕੁਅਲਸ ਟੂ, ਹੁਣ ਇੱਥੇ ਐਲ 3 ਟਾਈਮਸ ਹੈ, ਏਰੀਆ ਵਿੱਚ ਐਲ 2 ਟਾਈਮਸ ਸੀ, ਇੱਥੇ ਐਲ 3 ਟਾਈਮਸ ਹੈ। ਸੋ ਵਾਟ ਵੀ ਵਿਲ ਰਾਈਟ ਦ ਡਿਮੈਂਸ਼ਨ ਐਲ ਕਿਊਬ ਅਤੇ ਸਾਈਡ 'ਤੇ ਆ ਜਾਏਗੀ ਸਕੇਅਰ ਬ੍ਰੈਕਟ। ਔਰ ਡਿਮੈਂਸ਼ਨਲ ਇਕੁਏਸ਼ਨ ਅਸੀਂ ਕੀ ਲਿਖਾਂਗੇ, ਹੁਣ ਇੱਥੇ ਮਾਸ ਵੀ 0 ਹੈ ਅਤੇ ਟਾਈਮ ਵੀ 0 ਹੈ। ਸੋ ਵੀ ਵਿਲ ਰਾਈਟ m0 l3 t0 ਅਤੇ ਇਹਦੇ ਯੂਨਿਟ ਕੀ ਆ ਗਏ ਮੀਟਰ ਕਿਊਬ। ਕਿਉਂ, ਕਿਉਂਕਿ ਮਾਸ ਵੀ 0 ਹੈ ਅਤੇ ਟਾਈਮ ਵੀ 0 ਹੈ, ਸਿਰਫ ਲੈਂਥ ਜਿਹੜੀ ਹੈ ਉਹ ਕਿਊਬ ਹੈ, ਪਾਵਰ 3 ਹੈ। ਸੋ ਲੈਂਥ ਨੂੰ ਅਸੀਂ ਮੇਜਰ ਕਰਨੇ ਆ ਮੀਟਰ 'ਚ ਅਤੇ 3 ਦਾ ਆ ਗਿਆ। ਸੋ ਇਹਦੇ ਯੂਨਿਟਸ ਹੋ ਗਏ ਮੀਟਰ ਕਿਊਬ। ਸੋ ਦਿਸ ਇਜ਼ ਦ dimension, these are the dimensions, equation of volume or dimensions of volume or units of volume. Now the next example, which we will take, that is the velocity, gati ਜਿਹਨੂੰ ਕਰੀਦਾ that is the velocity ਕੀ ਹੁੰਦੀ ਹੈ speed ਕਿਹਦੇ ਬਰਾਬਰ ਹੁੰਦੀ ਹੈ distance over time। ਤੁਸੀਂ 9th ਕਲਾਸ ਦੇ ਵਿੱਚ ਇਹ ਚੈਪਟਰ ਪੜ੍ਹਿਆ। ਸੋ ਵੈਲੋਸਿਟੀ ਕਿਹਦੇ ਬਰਾਬਰ ਹੈ distance over time। ਡਿਸਟੈਂਸ ਨੂੰ ਅਗੇਨ ਅਸੀਂ ਲੈਂਥ 'ਚ ਮੇਜਰ ਕਰਨਾ ਹੈ। ਟਾਈਮ ਦੇ ਯੂਨਿਟਸ ਆ ਗਏ ਕੈਪੀਟਲ T, ਸਾਈਡ 'ਤੇ ਸਕੇਅਰ ਬ੍ਰੈਕਟ। ਸੋ ਇਟ ਇਜ਼ L। ਹੁਣ T ਨੀਚੇ ਹੈ, ਹੁਣ ਅਸੀਂ ਇਹਨੂੰ 1 ਤੇ ਨਹੀਂ ਲਿਖ ਸਕਦੇ, ਨੀਚੇੋਂ ਜਦੋਂ T ਉੱਪਰ ਜਾਏਗੀ ਐਜ਼ ਅ ਡਿਨੋਮੀਨੇਟਰ, T ਇਜ਼ ਇਨ ਡਿਨੋਮੀਨੇਟਰ, ਇਹ ਡਿਨੋਮੀਨੇਟਰ 'ਚ ਹੈ ਨਾ ਕਿ ਨਿਊਮੀਨੇਟਰ 'ਚ ਹੈ। ਨਿਊਮੀਨੇਟਰ 'ਚ L ਹੈ, ਡਿਨੋਮੀਨੇਟਰ 'ਚ T ਹੈ, ਅਤੇ ਡਿਨੋਮੀਨੇਟਰ ਨੂੰ ਅਸੀਂ ਹਮੇਸ਼ਾ ਮਾਈਨਸ ਦੀ ਪਾਵਰ 'ਚ ਲੈ ਕੇ ਲਿਖਣਾ ਹੁੰਦਾ, ਨਾ ਕਿ ਪਲੱਸ ਦੀ ਪਾਵਰ 'ਚ। ਨਿਊਮੀਨੇਟਰ ਨੂੰ ਅਸੀਂ ਪਲੱਸ ਦੀ ਪਾਵਰ 'ਚ ਲਿਖਾਂਗੇ ਅਤੇ ਡਿਨੋਮੀਨੇਟਰ ਨੂੰ ਅਸੀਂ ਮਾਈਨਸ ਦੀ ਪਾਵਰ 'ਚ ਲਿਖਾਂਗੇ। ਨਾ ਇੱਥੇ L ਜਿਹੜਾ ਹੈ ਨਿਊਮੀਨੇਟਰ ਹੈ, ਸੋ L ਦੀ ਪਾਵਰ ਆ ਗਈ 1 ਅਤੇ T ਜਿਹੜਾ ਹੈ ਉਹ ਡਿਨੋਮੀਨੇਟਰ 'ਚ ਨੀਚੇ ਹੈ, ਅਤੇ T ਦੀ ਪਾਵਰ ਆ ਜਾਏਗੀ -1 ਅਤੇ ਇਹਨੂੰ ਅਸੀਂ ਲਿਖ ਦਾਂਗੇ ਸਕੇਅਰ ਬ੍ਰੈਕਟ ਦੇ ਵਿੱਚ। ਸੋ ਇਹ ਆ ਗਏ ਡਿਮੈਂਸ਼ਨਸ ਆਫ ਵੈਲੋਸਿਟੀ। ਅਤੇ ਡਿਮੈਂਸ਼ਨਲ ਇਕੁਏਸ਼ਨ ਕੀ ਆਈ ਵੈਲੋਸਿਟੀ ਦੀ, ਹੁਣ ਇੱਥੇ ਮਾਸ ਤੇ 0 ਹੈ, ਟਾਈਮ ਹੈਗਾ ਹੈ, ਮਾਸ 0 ਹੈ। ਸੋ ਵੀ ਵਿਲ ਰਾਈਟ m0 l1 t -1। ਹੁਣ ਇਸ ਜਗ੍ਹਾ 'ਤੇ ਅਸੀਂ L ਨੂੰ 1 ਵੀ ਲਿਖ ਸਕਦੇ ਹਾਂ ਅਤੇ L ਨੂੰ ਐਜ਼ ਇਟ ਇਜ਼ ਵੀ ਲਿਖ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ 1 ਜ਼ਰੂਰ ਲਿਖਣਾ ਹੈ ਨਾਲ, ਤੁਸੀਂ L ਨੂੰ ਐਜ਼ ਇਟ ਇਜ਼ ਵੀ ਲਿਖ ਸਕਦੇ ਹੋ, m0 l t -1 ਵੀ ਲਿਖ ਸਕਦੇ ਹੋ, ਨਾ ਵੀ 1 ਲਿਖੋਗੇ ਤਦ ਵੀ ਚੱਲੇਗਾ। ਸੋ ਇਹਦੇ ਯੂਨਿਟਸ ਕੀ ਆ ਗਏ, ਲੈਂਥ ਨੂੰ ਮੇਜਰ ਕਰੀਦਾ ਮੀਟਰ 'ਚ, ਟਾਈਮ ਨੂੰ ਮੇਜਰ ਕਰੀਦਾ ਸੈਕਿੰਡ, ਜਾਂ ਤਾਂ ਅਸੀਂ ਇਹਨੂੰ ਮੀਟਰ ਪਰ ਸੈਕਿੰਡ ਇਸ ਤਰੀਕੇ ਨਾਲ ਲਿਖ ਸਕਦੇ ਹਾਂ, ਔਰ ਵੀ ਕੈਨ ਆਲਸੋ ਰਾਈਟ ਇਜ਼ ਐਸ ਮੀਟਰ ਸੈਕਿੰਡ ਉੱਪਰ -1। ਬੋਥ ਆਰ ਰਾਈਟ, ਜਿਸ ਤਰੀਕੇ ਨਾਲ ਮਰਜ਼ੀ ਲਿਖ ਲਓ, ਦੋਨੋਂ ਹੀ ਠੀਕ। ਨਾਓ ਨੈਕਸਟ ਐਗਜ਼ਾਮਪਲ ਇਜ਼ ਆਵਰ ਐਕਸਲਰੇਸ਼ਨ, ਪ੍ਰਵੇਗ। ਐਕਸਲਰੇਸ਼ਨ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਪ੍ਰਵੇਗ। ਸੋ ਪ੍ਰਵੇਗ ਕਿਹਦੇ ਬਰਾਬਰ ਹੁੰਦਾ ਹੈ, ਚੇਂਜ ਇਨ ਵੈਲੋਸਿਟੀ ਓਵਰ ਟਾਈਮ। ਚੇਂਜ ਇਨ ਵੈਲੋਸਿਟੀ, ਵੈਲੋਸਿਟੀ ਦੇ ਯੂਨਿਟਸ ਕੀ ਹੈ, ਅਸੀਂ ਹੁਣ ਆਲਰੇਡੀ ਨਿਕਾਲੇ ਆ। ਡਿਮੈਂਸ਼ਨਸ ਕੀ ਹੈ ਵੈਲੋਸਿਟੀ ਦੇ, m0 l1 t -1। ਅਸੀਂ ਐਜ਼ ਇਟ ਇਜ਼ ਉਹਨਾਂ ਨੂੰ ਸਬਸਟੀਟਿਊਟ ਕਰਤਾ, ਵੈਲੋਸਿਟੀ ਦੇ ਡਿਮੈਂਸ਼ਨਸ ਅਸੀਂ ਐਜ਼ ਇਟ ਇਜ਼ ਸਬਸਟੀਟਿਊਟ ਕਰਦੇ। ਜੇ ਨਹੀਂ ਤੁਸੀਂ ਸਬਸਟੀਟਿਊਟ ਕਰਨੇ, ਤੁਸੀਂ ਪਹਿਲਾਂ ਵੈਲੋਸਿਟੀ ਨੂੰ ਲਿਖ ਲਓ ਡਿਸਪਲੇਸਮੈਂਟ ਓਵਰ ਟਾਈਮ ਇਨਟੂ ਟਾਈਮ, ਫਿਰ ਨਿਕਾਲ ਲਓ, ਤਦ ਵੀ ਨਿਕਲ ਜਾਏਗਾ। ਯੂ ਕੈਨ ਆਲਸੋ ਡੂ ਇਟ ਲਾਈਕ ਦਿਸ ਆਲਸੋ, or you can also do it like this also। change in velocity, ਇਹ velocity ਕਿਹਦੇ ਬਰਾਬਰ ਹੈ, displacement over time into time ਆ ਗਿਆ। ਹੁਣ velocity ਦੀ ਵੈਲਿਊ ਅਸੀਂ ਫਾਰਮੂਲਾ ਪੁੱਟ ਕਰਤਾ displacement over time, ਇਹਦੇ ਬਰਾਬਰ ਆ ਗਿਆ। displacement ਨੂੰ ਮੇਜਰ ਕਰੀਦਾ ਅਸੀਂ L 'ਚ, ਟਾਈਮ ਨੂੰ ਅਸੀਂ ਮੇਜਰ ਕਰੀਦਾ ਹੈ T 'ਚ, ਔਰ ਇੱਥੇ ਵੀ ਅਸੀਂ ਟਾਈਮ ਨੂੰ ਮੇਜਰ ਕਰੀਦਾ ਹੈ T 'ਚ।
और ये कितने बराबर आ गया एल टी दी पावर हुण नीचे डिनोमीनेटर च टी 2 है तो जो असी डिनोमीनेटर च लिखना है तो नाल माइनस जरूर पाना है -2 आ जाएगा। सो यो चीज़ आ गई ठीक है। तो जो असी डिमेंशनल इक्वेशन लिखनी है तो नाल आ जाएगा m0 L1 T-2 तो यूनिट आ गए मीटर पर सैकेंड स्केयर या तो इस तरह लिख लो या इन्हों लिख सकते हैं मीटर सैकेंड -2। Now the next example. Now the next example which we have that is about the density. Now density is equals to mass over volume. Density कितने बराबर होंगी है mass over volume. Now mass ਨੂੰ ਅਸੀਂ measure ਕਰਦੇ ਹਾਂ m ਚ ਤੇ volume ਦੇ ਹੁੰਦੇ ਨੇ dimensions l ਦੀ power 3. So density the dimensions कितने आ गए ml minus 3 और it is equals to ml minus 3 t ਦੀ power 0 और इनू स्केयर ब्रैकेट च लिखना है और ये यूनिट्स की है किलोग्राम पर मीटर क्यूब। सिमिलरली मोमेंटम होंगे मास इंटू वेलोसिटी। सो मास आ गया m वेलोसिटी आ गई l t-1 सो इट इज़ इक्वल्स टू ml 1 t-1 किलोग्राम मीटर पर सैकेंड। हम इसी तरीके असी कई तरह दी फिजिकल क्वांटिटीज़ डायरैक्ट क्वांटिटीज़ के यूनिट्स निकाल सकते हैं। आई विल सेंड यू तो तुसी नोट कर लेना। ना डिमेंशनस जिहड़ियां ने 4 तरह दी होंदियां डिमेंशनस दे आर 4 टाइप्स डिमेंशनलैस कॉन्सटेंट dimensionless variable dimensional variable dimensional constant dimensional variable dimensionless constant and dimensionless variable। now सब तो पहला आएगा dimensionless constant की होंदे ने what are dimensional constant की होंदे ने dimensional constants ਉਹ ਕੁਆਂਟੀਟੀਜ਼ ਨੇ these are those quantities ਜਿਹੜੀਆਂ ਵੈਸੇ ਤੇ constant ਹੁੰਦੀਆਂ ਨੇ ਲੇਕਿਨ ਉਹਨਾਂ ਦੇ dimensions ਹੁੰਦੇ ਨੇ। so the quantities whose values are constant but they have dimensions ਲੇਕਿਨ ਉਹਨਾਂ ਦੇ dimensions ਹੁੰਦੇ ਨੇ। ਉਹ ਕਿਹੜੀਆਂ ਕੁਆਂਟੀਟੀ ਹੈ ਜਿਵੇਂ velocity of light ਦੀ velocity ਦੀ ਇੱਕੋ ਹੀ ਵੈਲਿਊ ਹੈ ਕਦੀ ਚੇਂਜ ਨਹੀਂ ਕਰਦੀ ਲੇਕਿਨ velocity of light ਦੇ dimensions ਹੁੰਦੇ ਨੇ। ਨੈਕਸਟ ਆ ਗਿਆ dimensional variable ਕੀ ਹੁੰਦੇ ਨੇ dimensional variable ਉਹ ਕੁਆਂਟੀਟੀਜ਼ ਨੇ ਜਿਨ੍ਹਾਂ ਦੀ ਵੈਲਿਊ ਤੇ ਵੇਰੀ ਕਰਦੀ ਹੈ ਤੇ ਉਹਨਾਂ ਦੇ dimensions ਵੀ ਹੁੰਦੇ ਨੇ। ਫੋਰ ਐਗਜ਼ਾਮਪਲ ਏਰੀਆ ਦੀ ਵੈਲਿਊ ਵੇਰੀ ਕਰਦੀ ਹੈ ਕਿਸੇ ਦਾ ਏਰੀਆ ਕੁਛ ਹੁੰਦਾ ਹੈ ਕਿਸੇ ਦਾ ਏਰੀਆ ਕੁਛ ਹੁੰਦਾ ਹੈ ਇਹਦੇ dimensions ਅਸੀਂ ਆਲਰੇਡੀ ਨਿਕਾਲੇ ਆ। ਵੋਲਿਊਮ ਇਹ ਵੀ ਹਰ ਆਬਜੈਕਟ ਟੂ ਆਬਜੈਕਟ ਵੇਰੀ ਕਰਦਾ ਇਹਦੇ ਵੀ dimensions ਹੁੰਦੇ ਆ। डेंसिटी ये भी हर ऑब्जेक्ट टू ऑब्जेक्ट वेरी करती है सो ये डिमेंशनस भी होंगे। वेलोसिटी ये भी वेरी करती है चेंज होंगी है कभी वेलोसिटी कितनी है कभी वेलोसिटी कितनी है। सो इट्स वैल्यू एक कॉन्सटेंट वैल्यू नहीं है फिक्स वैल्यू नहीं है चेंज होंगी है। सो हैंस ये भी डिमेंशनस है। उस तरीके नाल एक्सलरेशन ये भी चेंज होंगी है कभी बढ़ती है कभी घटती है अलग अलग वैल्यूज़ होंदियां ने। सो ये भी डिमेंशनस होंगे ने इस तरह बहुत सारिया फिजिकल क्वांटिटीज़ ने जिहड़ियां कि डिमेंशनल वेरीएबल्स ने। उस तो आगे डिमेंशनलैस कॉन्सटेंट की होंगे ने डिमेंशनलैस कॉन्सटेंट्स वो कॉन्सटेंट ने जेडे कॉन्सटेंट होंगे तो उन्होंने डिमेंशनस भी नहीं होंगे। फॉर एग्जाम्पल 1 2 3 4 5 इन्हों के कोई डिमेंशनस नहीं होंगे तो पाई का भी कोई डिमेंशन नहीं होंगे। सो ये वो क्वांटिटीज़ ने जिहड़ियां कि कॉन्सटेंट होंदियां ने तो इन्हां दे डिमेंशनस भी नहीं होंगे की नहीं होंगे नहीं होंगे डिमेंशनलैस मतलब जिन्हां दे डिमेंशनस नहीं होंगे। सो डिमेंशनलैस वेरीएबल्स वो वेरीएबल्स ने जेड़े वेरी तो करते हैं लेकिन इन्हां दे डिमेंशनस नहीं होंगे। वेरी तो करते हैं चेंज तो करते हैं लेकिन इन्हां दे डिमेंशनस नहीं होंगे। फॉर एग्जाम्पल साढ़े कोल एंगल जिहड़ा है किसी भी ऑब्जेक्ट का कितना हो सकता है इत्थे एंगल इन्ना है इत्थे एंगल घट है इत्थे एंगल बहुत ज़्यादा है दिस इज़ वेरी मच। सो एंगल वेरी तो कर रहा है लेकिन एंगल के डिमेंशनस नहीं होंगे। उस तरीके ना स्ट्रेन ये भी चेंज करता है
लेकिन ये डिमेंशनस नहीं होंगे। स्पैसिफिक ग्रैविटी भी चेंज करती है लेकिन ये डिमेंशनस नहीं होंगे। एफिशिएंसी, किसी चीज़ की एफिशिएंसी कितनी है, किसी चीज़ की एफिशिएंसी डिफरेंट एफिशिएंसीज ने, ईवन कि वाइकल्स की एफिशिएंसी भी अलग अलग होंगी है लेकिन इन्हों के डिमेंशनस नहीं होंगे। सो ये वो क्वांटिटीज़ ने ਜਿਹੜੀਆਂ वेरी तो करदियाँ लेकिन इन्हों के डिमेंशनस नहीं होंगे। सो वी हैव 4 टाइप्स ऑफ क्वांटिटीज़ इन टर्म्स ऑफ डिमेंशनस। पहली डिमेंशनल कांस्टेंट, दूसरी डिमेंशनल वेरीएबल, तीसरी डिमेंशनलैस कांस्टेंट तो चौथी डिमेंशनलैस वेरीएबल। उस तो बाद आ गया व्हाट आर द यूजेस ऑफ डिमेंशन। डिमेंशन ਨੂੰ ਅਸੀਂ ਕਿੱਥੇ ਕਿੱਥੇ ਵਰਤਦੇ ਹਾਂ। डिमेंशन ਦੇ ਮੇਨ 3 यूजेस है। पहला यूज़, डिमेंशन ਨੂੰ ਅਸੀਂ यूज़ ਕਰਦੇ ਹਾਂ ਜਦੋਂ ਅਸੀਂ ਇੱਕ सिस्टम ऑफ यूनिट तो दूसरे सिस्टम ऑफ यूनिट 'ਚ जाना ਹੋਵੇ। ਜਿਵੇਂ CGS यूनिट ਨੂੰ कन्वर्ट करना ਹੋਵੇ SI ਵਿੱਚ ਜਾਂ SI यूनिट ਨੂੰ कन्वर्ट करना ਹੋਵੇ CGS ਦੇ ਵਿੱਚ, तद ਅਸੀਂ डिमेंशनस ਨੂੰ यूज़ ਕਰਦੇ ਹਾਂ। मतलब ਜਦੋਂ ਅਸੀਂ कन्वर्जन करनी ਹੋਵੇ, मतलब CGS मतलब सेंटीमीटर, ग्राम ਤੇ ਸੈਕਿੰਡ ਨੂੰ कन्वर्ट करना ਹੋਵੇ मीटर, किलोग्राम ਤੇ ਸੈਕਿੰਡ ਵਿੱਚ, ठीक है, या उल्टा दो, तद असी डिमेंशनस ਨੂੰ यूज़ करते हैं। दूसरा ਇਹਦਾ यूज़ ਹੁੰਦਾ है कि असी कोई भी फॉर्मूला फिजिक्स ਦੇ ਵਿੱਚ कोई भी फॉर्मूला चेक करना होवे कि ये फॉर्मूला ठीक है कि नहीं है, ਉੱਥੇ ਵੀ ਅਸੀਂ डिमेंशनस ਦਾ यूज़ करने ਆ टू चेक द करैक्टनैस ऑफ अ फॉर्मूला। ਤੇ ਤੀਸਰਾ यूनिट ਇਹਦਾ यूज़ है डिमेंशन ਦਾ कि ਜਦੋਂ ਵੀ ਅਸੀਂ ਕਿਸੇ ਫਾਰਮੂਲੇ ਨੂੰ ਡਰਾਈਵ ਕਰਨਾ ਹੋਵੇ, ਅਸੀਂ ਕਈ ਐਸੇ ਫਾਰਮੂਲੇ ਆ ਫਿਜ਼ਿਕਸ ਦੇ ਵਿੱਚ ਜਿਨ੍ਹਾਂ ਨੂੰ ਅਸੀਂ डिमेंशनस ਦੀ ਮਦਦ ਨਾਲ ਡਰਾਈਵ ਕਰਨੇ ਆ ਜਾਂ एक्सप्रैस करने, उन्होंने निकालते हैं। सो डिमेंशन का तीसरा यूज़ है कि असी कोई भी फॉर्मूला डिमेंशनस की मदद नाल निकाल सकते हैं। सो दीज आर द 3 यूजेस। नेक्स्ट लेक्चर विच आई विल डिस्कस विद यू some numericals related to the first use of the dimension, that is how to convert one system of unit into another by using dimensions.